ਪਿਆਰੇ ਬੱਚਿਓ, ਅੱਜ ਅਸੀਂ ਭਾਈ ਮੋਹਨ ਸਿੰਘ ਵੈਦ ਜੋ ਕਿ ਇੱਕ ਬਹੁਤ ਹੀ ਮਨੋਹਰ ਸ਼ਖਸੀਅਤ ਸਨ ਉਹਨਾਂ ਬਾਰੇ ਪੜ੍ਹਾਂਗੇ। ਬੱਚਿਓ, ਭਾਈ ਮੋਹਨ ਸਿੰਘ ਵੈਦ ਦੀ ਸ਼ਖਸੀਅਤ ਬਹੁਤ ਹੀ ਵਧੀਆ ਸੀ। ਉਹ ਸਮੇਂ ਦੇ ਪਾਬੰਦ ਰਹਿਣ ਵਾਲੇ, ਨਿਮਰਤਾਪੂਰਵਕ ਅਤੇ ਮਿਹਨਤੀ ਅਤੇ ਸਾਹਿਤ ਨਾਲ ਪਿਆਰ ਕਰਨ ਵਾਲੇ ਇੱਕ ਅਨੋਖੀ ਸ਼ਖਸੀਅਤ ਦੇ ਮਾਲਕ ਸਨ। ਮਨੋਹਰ ਸਿੰਘ ਵੈਦ ਦੇ ਬਹੁਤ ਸਾਰੇ ਗੁਣ ਸਨ। ਉਹਨਾਂ ਨੂੰ ਬਚਪਨ ਵਿੱਚ ਹੀ ਬਹੁਤ ਸਾਰੀਆਂ ਅਜਿਹੀਆਂ ਆਦਤਾਂ ਵਿਰਸੇ ਵਿੱਚ ਮਿਲੀਆਂ ਸਨ, ਜਿਸ ਕਾਰਨ ਉਹ ਜਿਹੜੇ ਹਨ ਵੱਡੇ ਹੋ ਕੇ ਉਹਨਾਂ ਨੂੰ ਇੱਕ ਅਨੋਖੀ ਸ਼ਖਸੀਅਤ ਦਾ ਖਿਤਾਬ ਹਾਸਲ ਹੋਇਆ। ਅੱਜ ਅਸੀਂ ਇਸ ਪਾਠ ਦੇ ਰਾਹੀਂ ਉਹਨਾਂ ਵਿੱਚ ਮੌਜੂਦ ਮਨੋਹਰ ਸ਼ਖਸੀਅਤ ਦੇ ਗੁਣਾਂ ਬਾਰੇ ਜਾਣਾਂਗੇ ਅਤੇ ਨਾਲ ਹੀ ਨਾਲ ਜਿਹੜੇ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕੰਮਕਾਜ ਕੀਤੇ ਹਨ ਅਤੇ ਜਿਹੜੇ ਵੀ ਵਿਕਸਿਤ ਕੰਮ ਅਤੇ ਸੁਧਾਰਕ ਕੰਮ ਕੀਤੇ ਹਨ, ਉਹ ਸਾਰੇ ਕੰਮਾਂ ਬਾਰੇ ਜਾਣਾਂਗੇ। ਧਰਤੀ ਨਿੱਤ ਕੋਹਿਨੂਰ ਵਰਗਾ ਹੀਰਾ ਨਹੀਂ ਪੈਦਾ ਕਰ ਸਕਦੀ। ਕਦੀ ਕਦਾਈ ਇਹ ਧਰਤੀ ਦੀ ਕਾਰਬਨ ਇਕਾਗਰ ਹੋ ਕੇ ਹੀਰੇ ਦਾ ਰੂਪ ਧਾਰਿਆ ਕਰਦੀ ਹੈ। ਤਾਂ ਇਸ ਵਿੱਚ ਇੱਕ ਜਿਹੜਾ ਹੈ ਮਨੋਹਰ ਸ਼ਖਸੀਅਤ ਨੂੰ ਮੋਹਨ ਸਿੰਘ ਵੈਦ ਦੀ ਹੀਰੇ ਨਾਲ ਤੁਲਨਾਇਆ ਗਿਆ ਹੈ ਕਿ ਹੀਰਾ ਕਦੀ ਪੈਦਾ ਵੀ ਹੁੰਦਾ ਹੈ ਅਤੇ ਕਦੀ ਕਦੀ ਜਿਹੜੀ ਹੈ ਇਸ ਨੂੰ ਪੈਦਾ ਕਰਨ ਦੇ ਵਿੱਚ ਬਹੁਤ ਸਾਰੀ ਜਿਹੜੀ ਮਿਹਨਤ ਵੀ ਲੱਗਦੀ ਹੈ। ਅਤੇ ਜਦੋਂ ਜਿਸ ਤਰ੍ਹਾਂ ਹੀਰਾ ਜਿਹੜਾ ਧਰਤੀ ਦੀ ਕਾਰਬਨ ਇਕੱਠੀ ਹੋਣ ਕਾਰਨ ਬਣਦਾ ਹੈ, ਇਸੇ ਤਰ੍ਹਾਂ ਹੀ ਭਾਈ ਮੋਹਨ ਸਿੰਘ ਵੈਦ ਦੀ ਮਨੋਹਰ ਸ਼ਖਸੀਅਤ ਵੀ ਪੈਦਾ ਹੋਈ। ਭਾਈ ਮੋਹਨ ਸਿੰਘ ਵੈਦ ਇੱਕ ਮਨੋਹਰ ਸ਼ਖਸੀਅਤ ਸਨ। ਭਾਈ ਮੋਹਨ ਸਿੰਘ ਵੈਦ ਦਾ ਜਨਮ 7 ਮਾਰਚ ਸੰਨ 1881 ਵਿੱਚ ਪ੍ਰਸਿੱਧ ਸ਼ਹਿਰ ਤਰਨਤਾਰਨ ਦੇ ਵੈਦ ਜੈਮਲ ਸਿੰਘ ਦੇ ਘਰ ਹੋਇਆ। ਆਪ ਬਚਪਨ ਵਿੱਚ ਬੜੇ ਹੋਣਹਾਰ ਸਨ। ਆਪ ਨੂੰ ਇੱਕ ਤਾਂ ਗੁਰਸਿੱਖੀ ਵਿਰਸੇ ਵਿੱਚ ਮਿਲੀ ਸੀ। ਇਸ ਤੋਂ ਇਲਾਵਾ 6 ਸਾਲ ਦੀ ਉਮਰ ਵਿੱਚ ਆਪ ਹਮੇਸ਼ਾ ਵੇਲੇ ਸਿਰ ਕੰਮ ਕਰਨ ਅਤੇ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਦੀ ਆਪਣੀ ਆਦਤ ਬਣਾ ਲਈ ਸੀ। ਇਸ ਤੋਂ ਇਲਾਵਾ ਆਪ ਲੋਕ ਸੇਵਾ ਵੀ ਕਰਦੇ ਸਨ। ਬਚਪਨ ਵਿੱਚ ਹੀ ਆਪ ਨੇ 8 ਸਾਲ ਦੀ ਉਮਰ ਵਿੱਚ ਜਿਹੜਾ ਸਭ ਤੋਂ ਵੱਡਾ ਪਹਿਲਾ ਕੰਮ ਕੀਤਾ ਸੀ, ਉਹ ਕੀਤਾ ਸੀ ਕਲਗੀਧਰ ਸੇਵਕ ਤੁਸੀਂ ਸਭਾ ਬਣਾਈ ਸੀ, ਕਲਗੀਧਰ ਸੇਵਕ ਸਭਾ। ਅਤੇ ਗੁਰਪੁਰਬਾਂ ਵਾਲੇ ਦਿਨ ਇਸ ਜਿਹੜੀ ਸਭਾ ਸੀ, ਇਹ ਸੇਵਾ ਸੰਗਤ ਦੀ ਜਿਹੜੀ ਸੀ ਸੇਵਾ ਕਰਦੀ ਸੀ। ਇਸ ਤੋਂ ਇਲਾਵਾ 11 ਸਾਲ ਦੀ ਉਮਰ ਵਿੱਚ ਉਹਨਾਂ ਨੇ ਇੱਕ ਵਿਦਿਆਰਥੀ ਸਭਾ ਬਣਾਈ ਅਤੇ ਉਸਦੇ ਸਕੱਤਰ ਬਣੇ ਅਤੇ ਉਹਨਾਂ ਨੇ ਇਸ ਦਾ ਮੁੱਖ ਉਦੇਸ਼ ਆਪਣੀ ਉਮਰ ਦੇ ਬੱਚਿਆਂ ਨੂੰ ਵਿੱਦਿਆ ਵੱਲ ਜਿਹੜਾ ਪ੍ਰੇਰਿਤ ਕਰਨ ਦਾ ਰੱਖਿਆ। ਇਸ ਤੋਂ ਇਲਾਵਾ ਆਪ ਨੂੰ ਪੜ੍ਹਨ ਦਾ, ਗਿਆਨ ਹਾਸਿਲ ਕਰਨ ਦਾ ਬਹੁਤ ਵੱਡਾ ਸ਼ੌਂਕ ਸੀ। ਆਪ ਛੋਟੀ ਉਮਰ ਵਿੱਚ ਹੀ ਤਰਨਤਾਰਨ ਦੇ ਲਾਗਲੇ ਪਿੰਡ ਪਿੱਦੀ ਪੈਦਲ ਵੈਦਿਕ ਪ੍ਰਾਪਤ ਕਰਨ ਜਾਇਆ ਕਰਦੇ ਸਨ। ਤਾਂ ਰਾਹ ਵਿੱਚ ਵੈਦਿਕ ਵਿੱਦਿਆ ਨਾਲ ਸੰਬੰਧਿਤ ਸੰਸਕ੍ਰਿਤ ਦੇ ਸ਼ਲੋਕ ਵੀ ਯਾਦ ਕਰਦੇ ਤੁਸੀਂ ਜਾਇਆ ਕਰਦੇ ਸਨ। ਇਸ ਤੋਂ ਇਲਾਵਾ ਆਪ ਜਿਹੜੇ ਸਨ, ਆਪ ਸਮੇਂ ਨੂੰ ਬੜੀ ਯੁਕਤੀ ਨਾਲ ਆਪਨੇ ਵੰਡਿਆ ਹੋਇਆ ਸੀ। ਆਪ ਸਮੇਂ ਦੇ ਬਹੁਤ ਪਾਬੰਦ ਸਨ। ਹਰ ਕੰਮ ਸਮੇਂ ਸਿਰ ਕਰਦੇ ਸਨ। ਇਹੋ ਕਾਰਨ ਹੈ ਕਿ ਆਪ ਆਪਣੇ ਰੁਝੇਵਿਆਂ ਵਿੱਚੋਂ ਪੁਸਤਕ ਪੜ੍ਹਨ ਅਤੇ ਲਿਖਣ ਲਈ ਸਮਾਂ ਜਿਹੜੇ ਸਨ ਕੱਢ ਲੈਂਦੇ ਸਨ। ਆਪਣੇ ਕੰਮ ਨੂੰ ਪੂਰੀ ਤਰਤੀਬ ਦੇਣ ਲਈ ਜਿੱਥੇ ਆਪ ਸਵੇਰੇ ਹੀ ਦਿਨ ਵਿੱਚ ਕਰਨ ਵਾਲਾ ਕੰਮ ਵੀ ਉਂਤ ਲੈਂਦੇ ਸਨ ਅਤੇ ਮਿੰਟਾਂ ਦੇ ਸੁੱਧੀ ਵੀ ਉਸਨੂੰ ਨੇਪਰੇ ਚਾੜਦੇ ਸਨ। ਬੱਚੋ, ਨੇਪਰੇ ਚਾੜਨ ਦਾ ਮਤਲਬ ਹੁੰਦਾ ਹੈ ਪੂਰਾ ਕਰਨਾ। ਤਾਂ ਇਸ ਤਰ੍ਹਾਂ ਜਿਹੜੇ ਸਨ ਉਹ ਮਿੰਟਾਂ ਵਿੱਚ ਹੀ ਆਪਣਾ ਸਾਰਾ ਕੰਮ ਪੂਰਾ ਕਰ ਲੈਂਦੇ ਸਨ। ਆਪਣਾ ਦਿਨ ਭਰ ਦਾ ਜੋ ਵੀ ਉਹਨਾਂ ਨੇ ਕੰਮ ਕੀਤਾ ਸੀ, ਉਹ ਰਾਤ ਨੂੰ ਉਹ ਡਾਇਰੀ ਵਿੱਚ ਲਿਖਦੇ ਹਨ ਅਤੇ ਉਸਦੀ ਪੜਚੋਲ ਵੀ ਕਰਦੇ ਸਨ। ਇਸ ਤੋਂ ਇਲਾਵਾ ਆਪ ਦੀ ਡਾਇਰੀ ਵਿੱਚ ਉਸ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਜਿਹੜਾ ਸ਼ੁੱਧ ਵੇਰਵਾ ਉਹ ਆਮ ਮਿਲ ਜਾਂਦਾ ਹੈ। ਆਪ ਦੀ ਸ਼ਖਸੀਅਤ ਦਾ ਸਭ ਤੋਂ ਵੱਡਾ ਜਿਹੜਾ ਗੁਣ ਸੀ ਉਹ ਸੀ ਕਿ ਆਪ ਨੂੰ ਪੁਸਤਕਾਂ ਨਾਲ ਬਚਪਨ ਤੋਂ ਹੀ ਪਿਆਰ ਸੀ। ਆਪ ਨੇ ਆਪਣੀ ਕਮਾਈ ਵਿੱਚੋਂ ਪੁਸਤਕਾਂ ਲਈ ਖਾਸ ਰਕਮ ਵੀ ਰੱਖਦੇ ਸਨ। ਆਪ ਜਿਸ ਦਿਨ ਕਿਤਾਬ ਖਰੀਦਦੇ ਸਨ ਉਸ ਦਿਨ ਹੀ ਆਪ ਪਹਿਲੇ ਸਫ਼ੇ 'ਤੇ ਮੋਹਰ ਲਗਾ ਕੇ ਤਰੀਕ ਪਾਉਂਦੇ ਸਨ ਅਤੇ ਜਿਸ ਦਿਨ ਕਿਤਾਬ ਪੜ੍ਹ ਕੇ ਖ਼ਤਮ ਹੋ ਜਾਂਦੀ ਸੀ, ਉਸ ਦਿਨ ਆਖਿਰਲੇ ਸਫ਼ੇ 'ਤੇ ਜਿਹੜੀ ਮੋਹਰ ਲਗਾ ਕੇ ਫਿਰ ਤਰੀਕ ਪਾਉਂਦੇ ਸਨ। ਤਾਂ ਇਹ ਬਹੁਤ ਹੀ ਮਹੱਤਵਪੂਰਨ ਕੰਮ ਉਹ ਕਰਦੇ ਸਨ। ਅਤੇ ਇਸ ਤੋਂ ਇਲਾਵਾ ਕਿਤਾਬ ਖ਼ਤਮ ਹੋਣ ਉਪਰੰਤ ਉਹ ਕਿਤਾਬ ਬਾਰੇ ਕੁਝ ਨਾ ਕੁਝ ਟਿੱਪਣੀ ਜਾਂ ਰਾਏ ਅੰਤ ਵਿੱਚ ਦਿੰਦੇ ਸਨ। ਇਉਂ ਉਹਨਾਂ ਨੇ 50 ਸਾਲਾਂ ਵਿੱਚ ਆਪਣੀ ਲਾਇਬ੍ਰੇਰੀ ਵਿੱਚ ਕੋਈ 20,000 ਪੁਸਤਕਾਂ ਇਕੱਠੀਆਂ ਕੀਤੀਆਂ ਸਨ। ਇਹ ਕਿਤਾਬਾਂ ਉਹਨਾਂ ਦੇ ਵਾਰਸ ਨੇ ਆਪਦੇ ਮਗਰੋਂ ਪੰਜਾਬੀ ਯੂਨੀਵਰਸਿਟੀ ਨੂੰ ਦਾਨ ਕੀਤੀਆਂ ਸਨ। ਇਸ ਤਰ੍ਹਾਂ ਬੱਚੋ, ਉਹਨਾਂ ਦੀਆਂ ਕਿਤਾਬਾਂ ਪੰਜਾਬੀ ਯੂਨੀਵਰਸਿਟੀ ਨੂੰ ਦਾਨ ਦੇ ਦਿੱਤੀਆਂ ਗਈਆਂ ਉਹਨਾਂ ਦੇ ਵਾਰਸਾਂ ਵੱਲੋਂ। ਆਪ ਨੂੰ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਪ੍ਰਫੁੱਲਤ ਦਾ ਮਤਲਬ ਹੁੰਦਾ ਹੈ ਵਿਕਸਿਤ ਕਰਨਾ, ਅੱਗੇ ਵਧਾਉਣਾ ਕਰਨ ਦੀ ਬਹੁਤ ਚਾਅ ਸੀ। ਚਾਅ ਦਾ ਮਤਲਬ ਹੁੰਦਾ ਹੈ ਪਿਆਰ। ਪੰਜਾਬੀ ਬੋਲੀ ਨਾਲ ਮੋਹਨ ਸਿੰਘ ਵੈਦ ਨੂੰ ਬਹੁਤ ਜ਼ਿਆਦਾ ਪਿਆਰ ਸੀ। ਇਸ ਤੋਂ ਇਲਾਵਾ ਉਹ ਪੰਜਾਬੀ ਵਿੱਚ ਉਹਨਾਂ ਨੇ ਕਈ ਭਾਸ਼ਾਵਾਂ ਦੀਆਂ ਪੁਸਤਕਾਂ ਦਾ ਅਨੁਵਾਦ ਵੀ ਕੀਤਾ ਹੈ, ਮਤਲਬ ਕਿ ਉਸਨੂੰ ਟਰਾਂਸਲੇਟ ਜਿਸ ਨੂੰ ਕਹਿੰਦੇ ਹਨ ਉਹ ਕੀਤਾ ਹੈ।
ਉਹਨਾਂ ਦੀ ਬੋਲੀ ਬਹੁਤ ਹੀ ਸਧਾਰਨ ਸੀ, ਸਰਲ ਤੇ ਸੌਖੀ ਸੀ, ਹਰ ਕਿਸੇ ਨੂੰ ਸਮਝ ਆ ਜਾਂਦੀ ਸੀ। ਉਹਨਾਂ ਦੀ ਬੋਲੀ ਠੇਠ ਤੇ ਸ਼ੁੱਧ ਸੀ। ਪੰਜਾਬੀ ਸਾਹਿਤ ਦੇ ਭੰਡਾਰ ਨੂੰ ਭਰਨ ਲਈ ਉਹਨਾਂ ਨੇ ਬਹੁਤ ਸਾਰੀ ਰਚਨਾਵਾਂ ਕੀਤੀਆਂ। ਉਹਨਾਂ ਨੇ ਪੰਜਾਬੀ ਦੇ ਜੀਵਨ ਨੂੰ ਸੁਹਣ ਬਣਾਉਣ ਲਈ ਨਾਵਲਾਂ, ਕਹਾਣੀਆਂ ਤੇ ਟਰੈਕਟਾਂ ਵਿੱਚ ਜੁਗਤੀਆਂ ਦੱਸੀਆਂ। ਬਹੁਤ ਸਾਰੇ ਨਾਵਲ, ਕਹਾਣੀਆਂ ਵੀ ਲਿਖੇ ਉਹਨਾਂ ਨੇ। ਉਹਨਾਂ ਨੇ ਲਗਭਗ 200 ਤੋਂ ਵੱਧ ਕਿਤਾਬਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। ਆਪ ਜਿਹੜੇ ਸਨ, ਆਪ ਨੇ ਜਿਹੜੇ ਸ਼ਿਸ਼ਟਾਚਾਰ ਨੂੰ ਆਪਣੇ ਅਮਲੀ ਢੰਗ ਨਾਲ ਪ੍ਰਚਾਰਿਆ। ਆਪ ਅਖਬਾਰਾਂ ਅਤੇ ਸਮਾਚਾਰ ਪੱਤਰਿਕਾਵਾਂ ਦੀ ਲੋੜ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਸਨ। ਆਪ ਨੇ ਲੋਕਾਂ ਨੂੰ ਸੌਖੇ ਢੰਗ ਨਾਲ ਹਰ ਭਾਂਤ ਦੀ ਜਾਣਕਾਰੀ ਤੇ ਸਿੱਖਿਆ ਦਿੱਤੀ। ਇਸ ਤੋਂ ਇਲਾਵਾ ਆਪ ਨੇ ਅਖਬਾਰਾਂ ਅਤੇ ਮਾਸਿਕ ਪੱਤਰਾਂ ਲਈ ਵੀ ਲੇਖ ਲਿਖੇ। ਇਸ ਤਰ੍ਹਾਂ ਗੁਰਸਿੱਖੀ ਜੀਵਨ ਦਾ ਢੰਗ ਆਪ ਨੇ ਦੱਸਿਆ। ਇਸ ਤੋਂ ਇਲਾਵਾ ਬੱਚੋ ਜਿਹੜੇ ਮੋਹਨ ਸਿੰਘ ਵੈਦ ਨੇ ਵਿੱਦਿਆ ਦੇ ਪ੍ਰਚਾਰ ਦੇ ਲਈ ਸਭ ਤੋਂ ਮਹੱਤਵਪੂਰਨ ਕੰਮ ਕੀਤਾ। ਉਹਨਾਂ ਨੇ ਵਿਦਿਆਲੇ ਖੋਲ੍ਹੇ, ਬਹੁਤ ਸਾਰੇ ਸਕੂਲ ਖੋਲ੍ਹੇ। ਉਹਨਾਂ ਨੇ ਹਰ ਵਿਦਿਆਰਥੀਆਂ ਨੂੰ ਹਰ ਭਾਂਤ ਦੀ ਸਿੱਖਿਆ ਦਿੱਤੀ। ਇਸ ਤੋਂ ਇਲਾਵਾ ਲਿਖਣ ਵਾਲਿਆਂ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰਦੇ ਸਨ ਅਤੇ ਉਹਨਾਂ ਨੇ ਅੰਮ੍ਰਿਤਾ ਪ੍ਰੀਤਮ ਦੀ ਜਿਹੜੀ ਪਹਿਲੀ ਪੁਸਤਕ ਅੰਮ੍ਰਿਤ ਲਹਿਰਾ ਜਿਹੜੀ ਛਪੀ ਸੀ, ਉਹਨਾਂ ਨੇ ਉਸ ਵਿੱਚ ਵੀ ਉਹਨਾਂ ਨੂੰ ਬਹੁਤ ਉਤਸ਼ਾਹਿਤ ਕੀਤਾ ਅਤੇ ਉਹਨਾਂ ਨੇ ਉਸ ਦੀਆਂ ਸਿਰਫ 20 ਕਿਤਾਬਾਂ ਹੀ ਨਹੀਂ ਸਨ ਖਰੀਦੀਆਂ, ਸਗੋਂ ਉਹਨਾਂ ਨੂੰ ਬਹੁਤ ਉਤਸ਼ਾਹ ਭਰੀ ਚਿੱਠੀ ਵੀ ਲਿਖੀ ਸੀ। ਆਪ ਇੱਕ ਅਨੋਖੇ ਵਿਦਿਆਰਥੀ ਸਨ, ਅਨੋਖੇ ਸੁਧਾਰਕ ਅਤੇ ਅਨੋਖੇ ਲੋਕ ਸੇਵਕ ਸਨ। ਇਸ ਤਰ੍ਹਾਂ ਬੱਚੋ ਉਹਨਾਂ ਨੇ ਵਿੱਦਿਆ ਦੇ ਪ੍ਰਚਾਰ ਲਈ ਬਹੁਤ ਸਾਰਾ ਜਿਹੜਾ ਕੰਮ ਕੀਤਾ ਸੀ, ਇੱਕ ਕਿਸਮ ਦੀ ਲੋਕ ਸੇਵਾ ਕੀਤੀ ਸੀ, ਸੁਧਾਰ ਵੀ ਕੀਤੇ ਸਨ ਅਤੇ ਇੱਕ ਅਨੋਖੇ ਵਿਦਿਆਰਥੀ ਵੀ ਸਨ, ਕਿਉਂਕਿ ਉਹਨਾਂ ਨੂੰ ਗਿਆਨ ਹਾਸਿਲ ਕਰਨ ਦਾ, ਕਿਤਾਬਾਂ ਖਰੀਦਣ ਦਾ ਅਤੇ ਪੜ੍ਹਨ ਦਾ ਬਹੁਤ ਸ਼ੌਂਕ ਸੀ। ਇਸ ਤੋਂ ਇਲਾਵਾ ਉਹ 3 ਚੀਜ਼ਾਂ ਆਪਣੇ ਕੋਲ ਹਰ ਵੇਲੇ ਰੱਖਦੇ ਸਨ। ਇੱਕ ਤਾਂ ਉਹਨਾਂ ਕੋਲ ਸੋਟਾ ਸੀ, ਜਿਸ ਦੇ ਅੱਗੇ ਜਿਹੜੀ ਸੀ ਮੋਮਬੱਤੀ ਜਗਾਈ ਜਾ ਸਕਦੀ ਸੀ ਅਤੇ ਜਦੋਂ ਵੀ ਉਹ ਅੰਧੇਰੇ ਵਿੱਚ ਚੱਲਦੇ ਸਨ ਤਾਂ ਉਸਨੂੰ ਜਿਹੜੇ ਸੀ ਚਲਾ ਲੈਂਦੇ ਸਨ। ਇਸ ਤੋਂ ਇਲਾਵਾ ਦੂਸਰਾ, ਉਹ ਆਪਣੇ ਨਾਲ ਹਰ ਵੇਲੇ ਘੜੀ ਰੱਖਦੇ ਸਨ ਅਤੇ ਇਸ ਤੋਂ ਇਲਾਵਾ ਤੀਸਰਾ, ਉਹ ਬਟੂਆ ਰੱਖਦੇ ਸਨ ਜਿਸ ਵਿੱਚ ਕੁੱਲ 12 ਸ਼ੀਸ਼ੀਆਂ ਹੁੰਦੀਆਂ ਸਨ ਅਤੇ ਹਰ ਸ਼ੀਸ਼ੀ ਵਿੱਚ ਕੋਈ ਨਾ ਕੋਈ ਖਾਸ ਦਵਾਈ ਹੁੰਦੀ ਸੀ। ਇਸ ਤੋਂ ਇਲਾਵਾ ਬੱਚਿਓ ਉਹ ਜਿਹੜੇ ਪੂਰਨ ਗੁਰਸਿੱਖ ਸਨ, ਇੱਕ ਸੱਚੇ ਗੁਰਸਿੱਖ ਸਨ। ਉਹਨਾਂ ਨੂੰ ਪ੍ਰਾਹੁਣਾਚਾਰੀ ਕਰਨਾ, ਪ੍ਰਾਹੁਣਿਆਂ ਦੀ ਆਓ ਭਗਤ ਕਰਨਾ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਸੀ, ਬਹੁਤ ਵਧੀਆ ਲੱਗਦਾ ਸੀ। ਉਹ ਰੱਜ ਕੇ ਸੇਵਾ ਕਰਦੇ ਸਨ ਪ੍ਰਾਹੁਣਿਆਂ ਦੀ। ਇਸ ਤੋਂ ਇਲਾਵਾ ਉਹ ਅਸਲੀ ਦਾਨੀ ਵੀ ਸਨ, ਗਰੀਬਾਂ ਨੂੰ ਹਮੇਸ਼ਾ ਮੁਫਤ ਦਵਾਈ ਦਿੰਦੇ ਸਨ, ਦੁੱਧ ਲਈ ਵੀ ਪੈਸੇ ਦਿੰਦੇ ਸਨ, ਤਰਨਤਾਰਨ ਵਾਲਿਆਂ ਨੂੰ ਮੁਫਤ ਦਵਾਈ ਦਿੰਦੇ ਸਨ। ਆਪ ਦੇ ਵਾਰਸ ਵੀ ਤਰਨਤਾਰਨ ਨਿਵਾਸੀਆਂ ਤੋਂ ਦਵਾਈ ਦੇ ਪੈਸੇ ਨਹੀਂ ਲੈਂਦੇ ਹਨ। ਆਪ ਦਾ ਸੁਭਾਅ ਬੜਾ ਹੀ ਪਿਆਰਾ ਸੀ, ਅਨੋਖਾ ਸੀ। ਆਪ ਸਾਦਗੀ ਦੇ ਆਸ਼ਕ ਸਨ। ਆਪ ਭੁੱਲ ਕੇ ਵੀ ਜਿਹੜਾ ਸੀ ਬਿਲਕੁਲ ਵੀ ਕੌੜਾ ਨਹੀਂ ਸੀ ਬੋਲਦੇ। ਇਸ ਤੋਂ ਇਲਾਵਾ ਆਪ ਨੂੰ ਲੋਕਾਂ ਨਾਲ ਮਿਲ ਕੇ ਬਹੁਤ ਆਨੰਦ ਆਉਂਦਾ ਸੀ। ਕਈ ਵਾਰ ਜਾਪਦਾ ਸੀ ਜਿਵੇਂ ਆਪ ਨੇ ਸੰਗਤ ਵਿੱਚ ਬੈਠ ਕੇ ਤਨ ਮਨ ਧੋਤਾ ਜਾ ਰਿਹਾ ਹੋਵੇ। ਇਸ ਤਰ੍ਹਾਂ ਉਹ ਚਾਨਣ ਜਿਹੜਾ ਸੀ ਬਹੁਤ ਜ਼ਿਆਦਾ ਮਿਹਨਤੀ ਸਨ, ਉਦਮੀ ਸਨ, ਸਿੱਦਕੀ ਸਨ। 45 ਕੁ ਸਾਲਾਂ ਵਿੱਚ ਉਹ ਇੰਨਾ ਕੰਮ ਕਰ ਗਏ ਜਿੰਨਾ ਕਿ ਪੂਰੀ ਸੰਸਥਾ ਵੀ ਇੰਨੇ ਥੋੜ੍ਹੇ ਸਮੇਂ ਵਿੱਚ ਇੰਨਾ ਮਹਾਨ ਕੰਮ ਨਹੀਂ ਕਰ ਸਕਦੀ। ਇਹੀ ਕਾਰਨ ਹੈ ਕਿ ਉਹਨਾਂ ਨੂੰ ਪੰਜਾਬੀ ਸਾਹਿਤ ਦੀ ਪੂਰਨ ਸੰਸਥਾ ਮੰਨਿਆ ਜਾ ਰਿਹਾ ਹੈ, ਕਿਉਂਕਿ ਉਹਨਾਂ ਨੇ ਆਪਣੀ ਲਿਖਤ ਰਾਹੀਂ ਜਿਹੜਾ ਸੀ ਰਲ ਕੇ ਰਹਿਣ, ਸਭ ਨਾਲ ਪਿਆਰ ਕਰਨ, ਕਿਰਤ ਕਰਨ ਅਤੇ ਵੰਡ ਕੇ ਛਕਣ ਦੀ ਸਿੱਖਿਆ ਰਹੀ ਧਰਤੀ 'ਤੇ ਸਵਰਗ ਉਸਾਰਨ ਦਾ ਮਹਾਨ ਯਤਨ ਕੀਤਾ ਹੈ। ਭਾਈ ਸਾਹਿਬ ਨੂੰ ਅਕਾਲ ਪੁਰਖ 'ਤੇ ਅਟਲ ਵਿਸ਼ਵਾਸ ਸੀ। ਭਾਣਾ ਮੰਨਣ ਦੀ ਉਹਨਾਂ ਦੀ ਅਦੁੱਤੀ ਸ਼ਕਤੀ ਸੀ। ਇਸ ਤੋਂ ਇਲਾਵਾ ਉਹਨਾਂ ਦੀ ਨਿਗਾਹ ਪਾਰਦਰਸ਼ੀ ਅਤੇ ਦੂਰਦਰਸ਼ੀ ਸੀ। ਉਹ ਮਰਨ ਦੇ ਸਮੇਂ ਤੋਂ ਪਹਿਲਾਂ ਹੀ ਉਹਨਾਂ ਨੂੰ ਆਪਣੀ ਮੌਤ ਦਾ ਗਿਆਨ ਹੋ ਗਿਆ ਸੀ, ਜਿਸ ਕਾਰਨ ਉਹਨਾਂ ਨੇ ਮੌਤ ਤੋਂ ਪਹਿਲਾਂ ਹੀ ਮਿਊਨਿਸਪੈਲਿਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਆਪਣੀ ਪਿਸਤੌਲ ਥਾਣੇ ਵਿੱਚ ਜਮ੍ਹਾਂ ਕਰਵਾ ਦਿੱਤੀ ਅਤੇ ਇਸ ਤੋਂ ਆਪਣੀ ਘੜੀ ਕੱਢ ਲਈ ਅਤੇ ਆਪਣਾ ਸਮਾਂ ਦੇਖਣ ਲੱਗ ਪਏ। ਘੜੀ ਵੇਖਦੇ ਵੇਖਦੇ 3 ਅਕਤੂਬਰ 1936 ਨੂੰ ਉਹ ਪਰਲੋਕ ਸਿਧਾਰ ਗਏ, ਮਤਲਬ ਉਹਨਾਂ ਦੀ ਮੌਤ ਹੋ ਗਈ। ਆਪ ਭਾਵੇਂ ਇਸ ਦੁਨੀਆ ਵਿੱਚ ਇਸੇ ਵੇਲੇ ਨਹੀਂ ਹਨ, ਪਰ ਉਹਨਾਂ ਦੇ 200 ਤੋਂ ਵੱਧ ਲਿਖੀਆਂ ਕਿਤਾਬਾਂ, ਉਹਨਾਂ ਦੇ ਖੋਲ੍ਹੇ ਵਿਦਿਆਲੇ ਅਤੇ ਉਹਨਾਂ ਦੁਆਰਾ ਕੀਤੇ ਸੇਵਾਵਾਂ ਸਭ ਉਹਨਾਂ ਦੀ ਮਨੋਹਰ ਸ਼ਖਸੀਅਤ ਨੂੰ ਦੀ ਗਵਾਹੀ ਭਰਦੇ ਹਨ। ਇਸ ਤਰ੍ਹਾਂ ਬੱਚੋ ਇਸ ਪਾਠ ਵਿੱਚ ਅਸੀਂ ਮੋਹਨ ਸਿੰਘ ਵੈਦ ਦੀ ਅਨੋਖੀ ਸ਼ਖਸੀਅਤ ਬਾਰੇ ਪੜ੍ਹਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਵਿੱਚ ਕਿੰਨੀਆਂ ਸਾਰੀਆਂ ਚੰਗੀਆਂ ਆਦਤਾਂ ਸਨ ਅਤੇ ਬਚਪਨ ਤੋਂ ਹੀ ਉਹਨਾਂ ਨੂੰ ਲੋਕ ਸੇਵਾ ਦੀ ਚਾਹ ਲੱਗ ਗਈ ਸੀ, ਪੁਸਤਕਾਂ ਪੜ੍ਹਨ ਦੀ ਚਾਹ ਲੱਗ ਗਈ ਸੀ ਅਤੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਜੀਵਨ ਦੇ ਅੰਤ ਤੱਕ ਬਹੁਤ ਸਾਰੀ ਸਾਹਿਤ ਨੂੰ ਵੀ ਜਿਹੜਾ ਸੀ ਯੋਗਦਾਨ ਦਿੱਤਾ ਅਤੇ ਬਹੁਤ ਸਾਰੀ ਲਿਖਤਾਂ ਵੀ ਦਿੱਤੀਆਂ, ਆਪਣੀਆਂ ਹੱਥ ਲਿਖਤਾਂ, ਅਤੇ ਇਸ ਤੋਂ ਇਲਾਵਾ ਉਹਨਾਂ ਨੇ ਲੋਕਾਂ ਦੀ ਸੇਵਾ ਵੀ ਜ਼ਿੰਦਗੀ ਭਰ ਕੀਤੀ। ਤਾਂ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪਾਠ ਸਮਝ ਆਇਆ ਹੋਵੇਗਾ। ਤੁਸੀਂ ਇਸ ਪਾਠ ਨਾਲ ਸੰਬੰਧਿਤ ਸ਼ਬਦਾਂ ਆਪਣੀ ਕਾਪੀਆਂ 'ਤੇ ਕਰਨੇ। ਧੰਨਵਾਦ।